जी व्यूअर्स अस्सलाम वालेकुम, क्या हाल है? ठीक ठाक है, उम्मीद करता हूँ खैरियत से होंगे भाई। अल्हम्दुलिल्लाह मैं भी बिल्कुल ठीक ठाक हूँ। अल्लाह ताला का बड़ा एहसान है जनाब। तो आज फिर दोबारा हम चांदू भाई के साथ आ एक गए। मिनट आप साहब वेलकम बैक नाजरीन चंदू महर ਦੇ ਨਾਲ ਠੀਕ ਹੈ ਤੇ ਮੈਂ ਕਰੀ ਫਿਰ ਦੁਬਾਰਾ ਹਾਜ਼ਰ ਹੋਇਆ ਉਹ ਯਾਰ ਕੁਝ ਕੰਮ ਪੈ ਗਏ ਸੀਗੇ ਮਹੀਨਾ ਡੇਢ ਤੇ ਜਿਹਦੀ ਵਜ੍ਹਾ ਮੈਨੂੰ ਜਾਣਾ ਪੈ ਗਿਆ ਤੇ ਮੈਂ ਫਿਰ ਉਹ ਸਟੋਰੀ ਉੱਥੇ ਰੋਕੀ ਫਿਰ ਮੈਂ ਆਪ ਸਾਹਿਬ ਨੂੰ ਆਖਿਆ ਕਿ ਤੁਸੀਂ ਆਪਣਾ ਜੇ ਰਹਿਣਾ ਕੋਈ ਹੋਰ ਕੋਈ ਕਿਸੇ ਦੀ ਸਟੋਰੀ ਇੱਥੇ ਸ਼ਾਹ ਸਾਹਿਬ ਆਏ ਨੇ ਸਾਡੇ ਮਾਸ਼ਾਅੱਲਾ ਉਹ ਸ਼ਿਪ ਦੀ ਡੈਂਕੀ ਲਾ ਕੇ ਆਏ ਨੇ ਉਹਨਾਂ ਦੀ ਤੂੰ ਸਟੋਰੀ ਸੁਣੀ ਹੋਣੀ ਹੈ ਤੇ बिल्कुल। ਬਹੁਤ ਅੱਛੀ ਸਟੋਰੀ ਮਾਸ਼ਾਅੱਲਾ ਇਸ ਤਰ੍ਹਾਂ ਹੀ ਸੇਮ ਉਹ ਵੀ ਹੋਇਆ ਤੇ ਲੇਕਿਨ ਮੈਨੂੰ ਥੋੜੇ ਕੰਮ ਪੈ ਗਏ ਜਿਹਦੀ ਵਜ੍ਹਾ ਤੋਂ ਮੈਂ ਆ ਨਹੀਂ ਸਕਿਆ ਤੇ ਹੁਣ ਮੈਂ ਦੁਬਾਰਾ ਹਾਜ਼ਰ ਹੋਇਆ ਵਾਂ ਤੇ ਇਨਸ਼ਾਅੱਲਾ फुल स्टोरी सुना के ਤੇ ਫਿਰ ਕਿਸੇ ਪਾਸੇ ਹੋਵਾਂਗੇ सही है। हाँ, तो चंदू भाई की जनाब लास्ट पे हम पहुंच गए थे कि ये नहर पे गए। नहर पे वहां पे इनको फौजियों ने पकड़ लिया, ग्रीस वालों ने, और उन्होंने इनके मोबाइल वगैरह जो हुआ फिर चंदू भाई अपनी जुबानी बताते हैं। तो जनाब आप नहर पे पहुंच गए थे 9th पार्ट में। व्यूअर्स ये 10वां हिस्सा चल गया वीडियो का, इससे पहले 9 हिस्से जो हैं वो चल गए हैं। तो 9 हिस्से की जो लिंक्स हैं वो सारे इस वीडियो में आपको मिल जाएंगे, 1 से लेके 9 तक सारे पार्ट इसमें हैं। ये 10वीं वीडियो है। तो चांदू भाई अपना एक्सपीरियंस शेयर करते हैं कि कैसे इनको तुर्किश आर्मी के हवाले किया गया या ग्रीस आर्मी ने कैसे पकड़ा, इनको मारा पीटा, जो भी हुआ वो चांदू भाई की जुबानी। जी चांदू भाई, ਅੱਛਾ ਤੇ ਕਿੱਥੇ ਆਪ ਸਾਹਿਬ ਆਪਣਾ ਉਸ ਦਿਨ ਗੱਲ ਖਤਮ ਹੋਈ उस ਸੀ? दिन ਅਸੀਂ ਉੱਥੇ ਗਏ ਹੋਏ ਸੀ ਕੰਤਰਾਲੋ ਤੇ। ਨਹੀਂ ਨਹੀਂ ਮਜ਼ਾਕ ਨਹੀਂ ਪਾਵਾ अच्छा, सीरियस ਗੱਲ तो आप बता। किधर खत्म की थी मैंने अच्छा, वो स्टोरी बात? किधर थी? स्टोरी स्टोरी लास्ट पे आप ये कह रहे थे कि वो मोबाइल ले लेते हैं तो वो एक एक करके मोबाइल देते हैं, जिसके पास सारे मोबाइल आ जाते अच्छा हैं अच्छा उसके हो जाते नहर हैं। तो पार जो जी, आपको उन्होंने नहर के पार, नहीं, नहीं, पहली गेम थी आपकी नहर के पार, उन्होंने पहले आपको गेम भेजा ठीक था। हो गया तो सात छः सात सात गेम लाइया हाँ, चांदू भाई ने 7 गेम लगाई थी, पहली इन्होंने डिस्क्राइब कर दी थी। अभी फिर जनाब शुरू ਪਹਿਲੀ करें। ਗੇਮ ਜਦੋਂ ਮੈਂ ਲਾਈ ਸੀ ਨਾ ਤੇ ਉਹ ਤੁਹਾਨੂੰ ਸਟੋਰੀ ਸੁਣੀ ਉਸ ਤੋਂ ਬਾਅਦ ਜਦੋਂ ਆਇਆ ਨਾ ਮੈਂ ਵਾਪਸ ਇਸਤਾਂਬੁਲ ਚਲਾ ਗਿਆ ਵਾਂ अब बयान करें, मैं जरा कोल्ड ड्रिंक लेके आऊँ आपके लिए। ਮੇਰੇ ਵਾਸਤੇ ਵੀ ਲੈ ਕੇ ਆਏ ਮੈਨੂੰ ਵੀ ਤਰੇ ਲੱਗੀ ਅੱਛਾ ਤੋਂ ਅੱਛਾ ਤੇ ਆਪਣਾ ਜਿਹੜਾ ਨਾ ਯਾਰ ਜਦੋਂ ਮੈਂ ਡੈਂਕੀ ਲਾਈ ਵਾਪਸ ਚਲਾ ਗਿਆ ਤੇ ਇਸਤਾਂਬੁਲ ਜਾ ਕੇ ਤੇ ਫਿਰ ਦੁਬਾਰਾ ਨਵੇਂ ਸਿਰੇ ਮੈਂ ਫਿਰ ਉਦੋਂ 2 ਮਹੀਨਿਆਂ ਦਾ ਗੈਪ ਰੱਖਿਆ ਸੀ ਮਤਲਬ 2 ਮਹੀਨੇ ਮੈਂ 2 ਮਹੀਨਿਆਂ ਬਾਅਦ ਇੱਕ ਡੈਂਕੀ ਲਾਈ ਸੀਗੀ ਤੇ ਉਹ 2 ਮਹੀਨਿਆਂ ਦਾ ਆਪਣਾ ਪੈਸੇ ਵੀ ਕੋਈ ਨਹੀਂ ਕੋਈ ਚੀਜ਼ ਨਹੀਂ ਇਸਤਾਂਬੁਲ ਉਹਨਾਂ ਅੱਡੇ ਤੇ ਜਾ ਕੇ ਲਾਇਆ ਆਟੋ ਘਰ ਲਾਉਂਦੇ ਨੇ ਜਾਂ ਅਕਸਰ ਆਇਆ ਉੱਥੇ ਸ਼ਹਿਰ ਵੱਡਾ ਇਸਤਾਂਬੁਲ ਦਾ ਤੇ ਉੱਥੇ ਜਾ ਕੇ ਨਾ ਗੱਡੀ ਤੋਂ ਲਾਉਂਦੇ ਨੇ ਤੇ ਆਪਣਾ ਉਦੋਂ ਜਦੋਂ ਮੈਂ ਉੱਥੇ ਗਿਆ ਫਿਰ ਉਦੋਂ ਨਾ ਪੈਸੇ ਹਨ ਨਾ ਕੋਈ ਗੱਲ ਨਾ ਕੋਈ ਬਾਤ ਵਾਪਸ ਮੈਂ ਆਪਣੇ ਦੋਸਤਾਂ ਦੇ ਕੋਲ ਗਿਆ ਰੈਸ਼ 'ਚ ਤੇ ਉੱਥੇ ਜਾ ਕੇ ਤੇ ਉਹਨਾਂ ਨੂੰ ਦੱਸਿਆ ਸਾਰਾ ਸਿਲਸਿਲਾ ਨਿਜ਼ਾਮ ਸੁਣਾਇਆ ਕਿ ਆਪਣਾ ਫੜੇ ਗਏ ਆ ਇੰਜ ਤੇ ਫਿਰ ਉਹਨਾਂ ਕੁਝ ਪੈਸੇ ਦਿੱਤੇ ਕੁਝ ਉੱਥੇ ਫਿਰ ਮੈਂ ਕੰਮ ਤੇ ਲੱਗ ਗਿਆ ਤੇ ਕੋਈ 2 ਮਹੀਨੇ ਮੈਂ ਉੱਥੇ ਫਿਰ ਕਮਾਏ ਉੱਥੇ ਫਿਰ ਆਪਣਾ ਸਿਸਟਮ ਨਿਜ਼ਾਮ ਚਲਾਇਆ ਫਿਰ ਜਦੋਂ ਮੇਰੇ ਕੋਲ ਫਿਰ ਕੋਈ ਖਰਚਾ ਪਾਣੀ ਬਣ ਗਿਆ ਵਾ ਜਾਣ ਲਈ ਤੇ ਫਿਰ मैं दोबारा एक बार फिर डेंकी लाई फिर मैं डेंकी लाई सीगी चांदू भाई मिल्क टैक्सी शेक, वाली मेहरबानी आप सब थैंक यू यहाँ पे ग्लास इस तरह की होते हैं, मिल्क शेक लेके आया हूँ, साथ साथ इंजॉय करेंगे आप। ठीक हो ठीक हो गए ਤੇ ਉਹ ਨਾ ਜਦੋਂ ਮੈਂ ਦੂਸਰੀ ਡੈਂਕੀ ਲਾਈ ਸੀ ਟੈਕਸੀ ਦੀ ਪਹਿਲੀ ਲਾਈ ਸੀ ਪੈਦਲ ਠੀਕ ਹੈ ਇੱਕ ਟੈਕਸੀ ਦੀ ਗੇਮ ਹੁੰਦੀ ਹੈ ਟਰਾਲੇ ਦੀ ਗੇਮ ਹੋ ਗਈ ਤੇ ਐਂਬੂਲੈਂਸ ਦੀ ਹੋਰ ਹੁਣ ਬੜੀ ਬਹੁਤ ਜ਼ਿਆਦਾ ਗੇਮਾਂ ਨੇ ਹਰ ਰੰਗ ਦੀ ਗੇਮ ਹੋ ਜਾਂਦੀ ਹੈ ਠੀਕ ਹੈ ਤੇ ਉਹਦੇ 'ਚ ਪੇਮੈਂਟ ਵੀ ਪੈਸੇ ਵੀ ਉਹ ਵੀ ਤੁਹਾਨੂੰ ਪਤਾ ਫਿਰ ਉਹ ਉਸ ਹਿਸਾਬ ਨਾਲ ਪਹਿਲੀ ਗੇਮ ਲਾਈ ਸੀ 200 ਯੂਰੋ ਦੇ ਵਿੱਚ ਮਤਲਬ ਕਿ 200 ਯੂਰੋ ਨੂੰ ਪਹਿਲਾਂ ਦਿੱਤਾ ਸੀ ਤੇ 1000 ਪਹੁੰਚ ਕੇ ਦੇਣਾ ਸੀ ਠੀਕ ਹੈ ਤੇ ਉਹ ਫਿਰ ਜਿਹੜਾ ਨਾ ਦੂਸਰੀ ਟੈਂਕੀ ਮੈਂ ਟੈਕਸੀ ਦੀ ਗੇਮ ਲਾਈ ਤੇ ਟੈਕਸੀ ਦੀ ਉਹ ਮੈਂ ਨਹਿਰ ਦੇ ਉੱਤੋਂ ਹੀ ਫੜਕਦਾ ਮਤਲਬ ਕਿ ਜਾ ਕੇ ਵਾਸ਼ਾ ਭਰਨੇ ਆ ਟੂਬ ਦੇ ਵਿੱਚ ਕਿਉਂਕਿ ਉਹ ਨਹਿਰ ਹੀ ਹੁੰਦੀ ਹੈ ਨਾ ਜਿਹੜੀ ਯੂਨਾਨ ਦੇ ਤੇ ਤੁਰਕੀ ਦੇ ਦਰਮਿਆਨ ਦੇ ਵਿੱਚ ਉਹ ਹੀ ਬਾਰਡਰ ਹੈ ਇੱਕ ਉਹੀ ਚੀਜ਼ ਤੇ ਉਸ ਤੋਂ ਬਾਅਦ ਮਤਲਬ ਕਿ ਉੱਥੇ ਭਰਨੇ ਆ ਜਾ ਕੇ ਪਹੁੰਚੇ ਆ ਕੋਈ 3.5 ਘੰਟਿਆਂ ਦਾ ਸਫ਼ਰ ਹੈ ਇਸਤਾਂਬੁਲ ਤੋਂ ਉੱਥੋਂ ਦਾ ਨਹਿਰ ਦਾ ਤੇ ਨਹਿਰ ਤੇ ਗਏ ਨਹਿਰ ਤੇ ਜਾ ਕੇ ਆਪਣਾ ਬੈਠੇ ਉਦੋਂ ਮੈਂ ਲਾਈ 40 ਬੰਦਿਆਂ ਨਾਲ 40 ਬੰਦੇ ਹਨ ਇੱਕ ਟਰੱਕ ਦੇ ਵਿੱਚ ਉਹ ਵੇਖਿਆ ਨੇ ਤੂੰ ਪਿੱਛੇ ਜੀ ਇੱਕ ਵਾਰ ਵੀ ਹਾਦਸਾ ਵੀ ਹੋਇਆ ਵੇ ਉਹਦਾ ਮਤਲਬ ਐਂਬੂਲੈਂਸ ਜਿਹੜੀ ਹੈ ਨਾ ਬੰਦ ਜੀ ਗੱਡੀ ਹੈ ਤੋਂ ਪਹਾੜ ਦੇ ਵਿੱਚ ਡਿੱਗੀ ਤੇ ਉਹਦੇ ਵਿੱਚ ਉਹ ਬੰਦੇ ਮਰੇ ਵੀ ਹਨ ਅੱਲਾਹ ਪਾਕ ਮਾਫ ਕਰੇ ਉਹੀ ਗੱਡੀ ਹੁੰਦੀ ਹੈ ਤੇ ਉਹਨੇ ਉਂਝ ਦੀਆਂ ਗੱਡੀਆਂ ਦੇ ਵਿੱਚ ਬੰਦ ਕਰਕੇ ਖੜਦੇ ਨੇ ਕਿਉਂਕਿ ਚੌਂਕੀਆਂ ਹੁੰਦੀਆਂ ਨੇ ਨਾਕੇ ਰਾਹ ਦੇ ਵਿੱਚ ਹੁੰਦੇ ਨੇ ਫਿਰ ਚੋਰੀ ਜਿਹੜੇ ਬੰਦੇ ਹੋਣੀਆਂ ਚੋਰੀ ਜਿਹੜਾ ਵੀ ਕੰਮ ਤੁਹਾਨੂੰ ਪਤਾ 2 ਨੰਬਰ ਕੰਮ ਕਿਵੇਂ ਲੁੱਕ ਛੁਪ ਕੇ ਹੁੰਦਾ ਤੇ ਮੈਂ ਘੁੱਟ ਲਾ ਲਾਂ ਇੱਕ ਤੇ ਜਿਹੜਾ ਨਾ ਬਾਬਾ ਜੀ ਉੱਥੇ ਪਹੁੰਚੇ ਆ ਉੱਥੇ ਜਾ ਕੇ ਆਪਣਾ ਭਾਸ਼ਾ ਪੜ੍ਹਨੇ ਆ ਭਾਸ਼ਾ ਪੜ੍ਹਦੇ ਆ ਧਿਆਨ ਚ ਰੱਖਿਆ 1-2 ਮੁੰਡੇ ਨੇ ਨਾਲ ਡੇਂਕਰ ਸੀਗੇ ਸਾਡੇ ਤੇ ਵਾਹ ਸਾਰੇ ਫੇ ਵਾਰੀ ਵਾਹ ਭਰਦੇ ਆ 2 ਬੋਰਡਾਂ ਹਨ ਇੱਕ 5 ਮੀਟਰ ਦੀ ਤੇ ਇੱਕ 5 ਮੀਟਰ ਦੀ ਇੱਕ ਛੋਟੀ
ਛੋਟੀ ਵੱਡੀ ਮਤਲਬ ਦੋ ਹਨ, ਉਹ ਮੈਨੂੰ ਹੁਣ ਯਾਦ ਕੋਈ ਨਹੀਂ ਹੈਗੀ। ਤੇ ਉਹ ਜੋ ਇਹ ਵਾਵਾਂ ਦੋਵਾਂ 'ਚ ਆਪਣਾ ਵਾਸ਼ਾ ਭਰੀ, ਵਾਸ਼ਾ ਭਰਨ ਤੋਂ ਬਾਅਦ ਇਹ ਵਿੱਚ ਕੀ ਨਾਲੇ ਨਹਿਰ 'ਚ ਰੱਖੀਆਂ ਨੇ ਬੋਟਾਂ। ਆਈਏ ਮਤਲਬ ਕਿ ਤੁਰਨ ਨਹੀਂ ਲੱਗੇ ਅਗਲੇ ਪਾਸੇ ਉਹਨਾਂ ਬੰਦਿਆਂ ਦੇ ਨਾ, ਮਤਲਬ ਕਿ ਠਹਿਰ ਵੱਖਰੇ ਵੱਖਰੇ ਕੀਤੇ ਕਿ ਜਿੰਨੇ ਜਿੰਨੇ ਉਹਨਾਂ ਬੰਦੇ ਪਾਣੇ ਸਾਰਿਆਂ ਨੂੰ ਹਿਸਾਬ ਲਾ ਨਹੀਂ ਦੇਣ। ਤੇ ਉੱਤੋਂ ਹੀ ਤੁਰਕਸ਼ ਆਰਮੀ ਆ ਗਈ, ਤੁਰਕੀ ਆਰਮੀ। ਤੇ ਉਹ ਗੇਮ ਸੀਗੀ ਆਪਣਾ ਟੈਕਸੀ ਦੀ ਗੇਮ ਸੀ, ਤੇ ਉਹ ਇੱਧਰੋਂ ਦੀ 85 ਵਾਲਾ ਪੁਆਇੰਟ ਕੋਈ, ਜੇ ਤੁਰਕੀ ਹੋਣਗੇ ਮੇਰੇ ਭਾਈ ਉਹਨਾਂ ਨੂੰ ਤੇ ਪਤਾ ਹੀ ਹੋਣਾ ਵੇ। ਤੇ ਉਹ ਸਰ ਜੀ ਉੱਥੇ ਫਿਰ ਉਹ ਨਹਿਰ ਦੇ ਉੱਤੋਂ ਫੜੇ ਗਏ ਆ। ਵਾਪਸ ਜਦੋਂ ਆਏ ਆ, ਵਾਪਸ ਜਿਹੜਾ ਹੁੰਦਾ ਨਾ ਇੱਕ ਚੌਂਕੀ ਹੁੰਦੀ ਹੈ ਤੇ ਕੀ ਨਾਲ ਹੀ ਤੇ ਤੁਰਕੀ ਜਿਹੜੇ ਚੌਂਕੀ ਤੇ ਖੜਦੇ ਨੇ। ਤੇ ਆ ਜਿਵੇਂ ਆ ਪਿੱਛੇ ਤੁਹਾਨੂੰ ਆ ਜੰਗਲ ਜਿਹਾ ਸਿਸਟਮ ਦਿਸਦਾ ਪਿਆ, ਇੰਜੀ ਹੁੰਦਾ ਵੇ। ਤੇ ਇੰਜੀ ਉਹਨਾਂ ਨੇ ਨਾ ਜਾ ਕੇ ਸਾਨੂੰ ਇੰਜ ਥੱਲੇ ਬਹਾ ਦੇਣਾ ਵੇ, ਲੈਨ ਦੇ ਵਿੱਚ ਬਹਾਣਗੇ, ਫਿਰ ਨਾਂ ਸ਼ਾਂ ਲਿਖਣਗੇ। ਇੰਜੀ ਧੁੱਪ ਲੱਗੀ ਹੈ, ਗਰਮੀਆਂ ਦੇ ਵਿੱਚ ਡੈਂਕੀ ਲਾਈਆਂ, ਸਰਦੀਆਂ 'ਚ ਵੀ ਲਾਈ, ਗਰਮੀਆਂ 'ਚ ਤਾਂ ਇੰਜੀ ਉਹਨਾਂ ਨੇ ਨਾ ਬਾਹਰ ਓਪਨ ਜਗ੍ਹਾ ਦੇ ਉੱਤੇ ਉਹਨਾਂ ਭਾਸ਼ਣ ਨਾਲ। ਤੇ ਉੱਥੇ ਹੀ ਇੱਕ ਦਿਨ ਰੱਖਦੇ, ਜੇ ਜੁਮੇ ਨੂੰ ਫੜੇ ਜਾਓ ਹਫ਼ਤਾ ਤਵਾਰ ਉਂਝ ਛੁੱਟੀ ਹੁੰਦੀ, 2 ਦਿਨ ਫਿਰ ਤੁਹਾਨੂੰ ਉੱਥੇ ਰਹਿਣਾ ਪੈਂਦਾ। ਉਹਦੇ 'ਚ ਤੁਹਾਨੂੰ ਖਾਣ ਪੀਣ ਜੇ ਦੇ ਹਟਣ ਤੇ ਕੁਝ ਸੁੰਮੀ ਹੁੰਦੀ ਹੈ ਥੋੜ੍ਹੀ ਜਿਹੀ ਆਪਣਾ, ਜਿਹਨੂੰ ਬੰਦ ਜਿਹਾ ਕਿਹਾ ਜਾਂਦਾ, ਤੇ ਨਾਲ ਪਾਣੀ, ਕੋਈ ਐਸੀ ਵੈਸੀ ਨਾਲ ਕੋਈ ਚੀਜ਼ ਨਹੀਂ। ਤੇ ਉਹਦੇ ਨਾਲ ਆਪਣਾ ਕਿੰਨਾ ਕੁ ਗੁਜ਼ਾਰਾ ਹੁੰਦਾ ਤੁਹਾਨੂੰ ਵੀ ਪਤਾ ਹੀ। ਫਿਰ ਖੈਰ ਮੈਂ ਵਾਪਸ ਆ ਗਿਆ ਇਸਤਾਂਬੁਲ। ਫਿਰ ਉੱਥੇ ਵਾਪਸ ਆਇਆ, ਆ ਕੇ ਮੈਂ ਫਿਰ ਕੰਮ ਤੇ ਲੱਗ ਗਿਆ। ਉਹ ਕਿਉਂਕਿ ਪੈਸੇ ਮੁੱਕ ਜਾਂਦੇ ਹਨ ਬਾਰ-ਬਾਰ, ਉਹ ਜਿੰਨਾ ਖਰਚਾ ਸੀ ਉਹ ਤੇ ਮੈਂ ਲਾਣਾ ਪੇਮੈਂਟ ਤੇ ਘਰਦਿਆਂ ਦੇਣੀ ਸੀ ਨਾ, ਠੀਕ ਹੈ। ਤੇ ਉਹ ਜਿਹਦੀ ਵਜ੍ਹਾ ਤੋਂ ਫਿਰ ਜਿਹੜਾ ਖਰਚਾ ਪਾਣੀ ਮੈਂ ਆਪ ਹੀ ਬਣਾਉਣਾ ਹਾਂ, ਮੰਗਵਾਇਆ ਨਹੀਂ ਸੀ ਕਿਸੇ ਪਾਸਿਓ ਨਹੀਂ, ਕਿਸੇ ਕੋ ਨਹੀਂ। 1-2 ਵਾਰੀ ਲਏ ਨੇ ਯਾਰਾਂ ਦੋਸਤਾਂ ਉੱਥੇ ਹੀ ਲਏ ਨੇ, ਤੇ ਉੱਥੇ ਵੀ ਕੰਮ ਸ਼ਮ ਕਰਕੇ ਫਿਰ ਉਹਨਾਂ ਨੂੰ ਦੇ ਦੂ ਜਿਹੜੇ ਨੇ, ਠੀਕ ਹੈ। ਤੇ ਮੇਰਾ ਬਹੁਤ ਅੱਛਾ ਅਜ਼ੀਜ਼ ਬਹੁਤ ਭਾਈ ਹੈ, ਆਪਣਾ ਯਾਰ ਦੋਸਤ ਵੀ ਹੈ, ਫੈਸਲਾਬਾਦ ਦਾ ਸੁਕਲੈਨ। ਤੇ ਉਹ ਮੇਰੇ ਨਾਲ ਹੁੰਦਾ ਸੀ ਤੇ ਤੁਰਕੀ। ਤੇ ਅਸੀਂ ਦੋਵੇਂ ਇਕੱਠੇ ਹੁੰਦੇ ਹਾਂ। ਤੇ ਉਹਨੇ ਮਤਲਬ ਕਿ ਉਹਦੇ ਕੋਲ ਹੀ ਪੈਸੇ ਮੈਂ ਲੈਣਾ, ਇੱਕ ਹੀ ਯਾਰ ਦੋਸਤ ਸੀ, ਬਾਕੀ ਜ਼ਿਆਦਾ ਉੱਥੇ ਹੈ ਵੀ ਨਹੀਂ ਸਨ। ਤੇ ਨਾ ਉੱਥੇ ਕੋਈ ਸਿਸਟਮ ਨਿਜ਼ਾਮ ਸੀ ਇਸ ਤਰ੍ਹਾਂ ਦਾ, ਕਦੀ ਕਿਸੇ ਰਿਹਾਇਸ਼ 'ਚ ਕਦੀ ਕਿਸੇ ਰਿਹਾਇਸ਼ 'ਚ, ਨਾ ਕਿਤੇ ਜਗ੍ਹਾ ਹੋਣੀ। ਇੱਕ ਵਾਰੀ ਜਦੋਂ ਤੁਰ ਜਾਣਾ ਉਹ ਤਾਂ ਦੂਜੀ ਵਾਰੀ ਤੇ ਜਗ੍ਹਾ ਲੱਭਦੀ ਨਹੀਂ ਵਾਪਸ ਉਸ ਰਿਹਾਇਸ਼ 'ਚ ਆਉਣ ਲੱਗਿਆ, ਕਿਉਂਕਿ ਉੱਥੇ ਉਂਝ ਹੀ ਮਤਲਬ ਕਿ ਇੱਕ ਰਿਹਾਇਸ਼ ਦੇ ਵਿੱਚ 30 ਜਣੇ 25 ਜਣੇ ਇਸ ਤਰ੍ਹਾਂ ਬਹੁਤ ਜ਼ਿਆਦਾ ਹੁੰਦੇ ਨੇ। ਤੇ ਫਿਰ ਜਦੋਂ ਇੱਕ ਬੰਦੇ ਨੇ ਜਾਣਾ ਪਿੱਛੋਂ ਉਂਝ ਹੀ ਜਗ੍ਹਾ ਬੁੱਕ ਹੋ ਜਾਂਦੀ। ਤੇ ਖੈਰ ਮੈਂ ਇਸ ਤਰ੍ਹਾਂ ਹੀ ਨਾ 5-6 ਲਾਈਆਂ, ਤੇ 7ਵੀਂ ਡੇਂਕੀ ਜਿਸ ਡੇਂਕੀ ਦੇ ਵਿੱਚ ਮੈਂ ਤੁਰਕੀ ਮਤਲਬ ਕਿ ਪਹੁੰਚਿਆ, ਯੂਨਾਨ ਪਹੁੰਚਿਆ ਵਾਂ, ਉਹ ਮੇਰੀ ਡੇਂਕੀ ਰਹੀ 1 ਮਹੀਨੇ ਦੀ। 1 ਮਹੀਨਾ ਮੈਂ ਉਸ ਡੇਂਕੀ ਦੇ ਵਿੱਚ ਤੁਰਿਆ ਲਗਾਤਾਰ, ਮਤਲਬ ਕਿ ਪਹਾੜਾਂ ਦੇ ਉੱਤੇ। ਬਹੁਤ ਅੱਛੀ ਡੇਂਕੀ ਰਹੀ ਸੀ। ਤੇ ਉਹਦੇ ਵਿੱਚ ਅਸੀਂ ਉਹਦੇ ਵਿੱਚ ਆਏ ਹਾਂ 40 ਬੰਦੇ ਆਏ ਸਾਂ। ਤੇ 40 ਦੇ ਵਿੱਚੋਂ ਸਰ ਜੀ ਕਿੰਨੇ ਅਸੀਂ ਪਹੁੰਚੇ ਹਾਂ, 27 ਬੰਦੇ ਪਹੁੰਚੇ ਹਾਂ, 27 ਜਣੇ ਪਹੁੰਚੇ ਹਾਂ। 27 ਦੇ ਵਿੱਚੋਂ ਜਿਹੜੇ ਟੈਕਸੀ ਦੇ ਵਿੱਚ ਬੈਠੇ, ਟੈਕਸੀ ਦੀ ਗੇਮ ਸੀਗੀ ਉਹ ਵੀ। ਤੇ ਟੈਕਸੀ ਦੇ ਵਿੱਚ ਜਿਹੜੇ ਬੈਠੇ ਸਨ ਉਹਨਾਂ ਦੇ ਵਿੱਚੋਂ ਵੀ 15 ਬੰਦੇ ਨਹੀਂ ਸੀ ਬੈਠੇ, ਮਤਲਬ ਕਿ ਉਹਨਾਂ ਵਿੱਚ ਮੈਂ ਵੀ ਹਾਂ। ਤੇ ਉਹਦੇ ਵਿੱਚ ਜਿਹੜਾ ਨਾ ਬਾਅਦ ਤੋਂ ਜਾ ਕੇ ਮਤਲਬ ਕਿ 15 ਦਿਨ 15 ਦਿਨ ਨਹੀਂ 14 ਜਾਂ 15 ਦਿਨ ਇੰਨੇ ਦਿਨ ਹੀ ਫਿਰ ਇੱਕ ਪੁਆਇੰਟ ਤੇ ਬੈਠੇ ਰਹੇ ਆ। ਗੱਡੀਆਂ ਨਹੀਂ ਸੀ ਲੱਗਦੀਆਂ, ਉਤੋਂ ਬਾਰਿਸ਼ਾਂ ਦੇ ਮੌਸਮ ਸੀਗੇ, ਨਾਕੇ ਛਾਕੇ ਲੱਗੇ ਹਨ, ਜਿਹਦੀ ਵਜ੍ਹਾ ਤੋਂ ਇਹ ਸਿਸਟਮ ਹੋਇਆ। ਤੇ ਮੈਂ ਉੱਥੋਂ ਫਿਰ ਰਹੇ 15 ਦਿਨ, ਅੱਲਾ ਭਲਾ ਕਰੇ। ਫਿਰ ਇੰਜੀ ਆ ਜਿਹੜੇ ਪਿੱਛੇ ਤੁਸੀਂ ਵੇਖਦੇ ਹੋ ਨਾ ਪਿਆ ਘਾਹ ਸ਼ਾਹ ਥੱਲੇ, ਇਹ ਹੀ ਖਾਣਾ ਪੀਣਾ ਨਾਲ ਪਾਣੀ ਪੀਣਾ, ਫਿਰ ਉੱਥੇ ਗੁਜ਼ਾਰਾ ਕੀਤਾ। ਤੇ ਫਿਰ ਅੱਲਾ ਖੈਰ ਰੱਖੇ ਟੈਕਸੀ ਲੱਗੀ, ਫਿਰ ਟੈਕਸੀ 'ਚ ਡਿੱਕੀ 'ਚ ਬੈਠੇ। ਤੇ ਸਾਡੇ ਕੋਲ 7 ਘੰਟੇ ਜਾਂ 6 ਘੰਟਿਆਂ ਦਾ ਫਰਕ ਹੈ ਨਹਿਰ ਤੋਂ ਇਸਤਾਂਬੁਲ ਦਾ, ਉੱਥੋਂ ਦਾ ਸਲੋਨਿਕੀ ਦਾ ਸ਼ਹਿਰ ਹੈ ਉੱਥੇ ਯੂਨਾਨ ਦਾ। ਤੇ ਉੱਥੇ ਗਿਆ, ਉੱਥੇ ਫਿਰ ਜਾ ਕੇ ਬਾਬਾ ਜੀ ਆਪਣਾ ਪੇਮੈਂਟ ਸ਼ੇਮੈਂਟ ਕਰਾਈ, ਪਿੱਛੋਂ ਸਾਰਾ ਸਿਸਟਮ ਨਿਜ਼ਾਮ ਕੀਤਾ। ਫਿਰ ਉਹਨੇ ਛੱਡਿਆ, ਮੈਂ ਥੀਨੇ ਚਲਾ ਗਿਆ। ਥੀਨੇ ਜਾ ਕੇ ਤੇ ਫਿਰ ਆਪਣਾ ਉੱਥੇ ਮੈਂ ਰਿਹਾ ਵਾਂ ਕੋਈ 1 ਮਹੀਨੇ ਰਿਹਾ ਵਾਂ। 1 ਮਹੀਨਾ ਮੈਂ ਥੀਨੇ ਰਿਹਾ ਵਾਂ। ਤੇ ਜਿਹਦੀ ਵਜ੍ਹਾ ਤੋਂ ਜੇ ਰਹਿਣਾ, ਉਸ ਤੋਂ ਬਾਅਦ ਮੈਂ ਫਿਰ ਅੱਗੇ ਦੀ ਡੇਂਕੀ ਲਾਤੀ। ਅੱਗੇ ਡੇਂਕੀ ਮੈਂ ਉੱਥੇ 1 ਮਹੀਨਾ ਬਹਿ ਕੇ ਫਿਰ ਸਿਸਟਮ ਨਿਜ਼ਾਮ ਲਾ ਰਹੇ ਹਾਂ ਕਿ ਆਪਣਾ ਅੱਗੇ ਕਿਵੇਂ ਜਾਣਾ ਜਾਂ ਕੀ ਸਿਸਟਮ ਕੀਤਾ ਜਾ। ਤੇ ਆਪ ਸਭ ਆ ਗਏ ਹੋ ਜੀ ਚੰਦੂ ਭਾਈ, ਮੇਰਾ ਜੂਸ ਉੱਥੇ ਹੀ। ਤੁਸੀਂ ਜੂਸ ਵੀ ਮੈਂ ਤੁਹਾਡੇ ਕੋਲ ਮਾਲਟੇ ਵੀ ਲੈ ਕੇ ਆਇਆ, ਮਾਲਟੇ ਯੂਰਪ ਦੇ, ਮਦਰੀਨੀ ਗ੍ਰੀਸ ਵਾਲੀ। ਸਹੀ ਹੈ, ਇਹਨੂੰ ਸਟਾਪ ਕਰ। ਤੇ ਫਿਰ ਜਿਹੜਾ ਨਾ ਮੈਂ ਉੱਥੇ ਥੀਨੇ ਪਹੁੰਚਿਆ। ਤੇ ਥੀਨੇ ਵੀ ਕੋਈ ਵਾਕਫ ਸੀਗੇ ਜਿਨ੍ਹਾਂ ਕੋਲ ਮੈਂ ਗਿਆ। ਉੱਥੇ ਫਿਰ ਮੈਂ 1 ਮਹੀਨਾ ਰਿਹਾ ਵਾਂ। 1 ਮਹੀਨੇ ਤੋਂ ਬਾਅਦ ਮੈਂ ਹਫਤਾ ਫਿਰ ਡੇਂਕੀ ਲਾਤੀ ਅੱਗੇ ਦੀ, ਮਤਲਬ ਕਿ ਇਟਲੀ ਵਾਸਤੇ।
ਉੱਥੇ ਮੈਂ ਰੁਕਿਆ ਨਹੀਂ, ਮੈਂ ਉੱਥੇ ਜ਼ਿਮੀਂਦਾਰੀ ਦੇ ਕੰਮ ਤੇ ਜੋ ਤੇ ਆਲੂ ਪੁੱਟ ਤੇ ਫਲਾਨ ਕਰ ਤੇ ਕਿੰਨੇ ਉਹ ਮੈਂ ਵੇਖਿਆ, ਮੇਰੇ ਯਾਰ ਦੋਸਤ ਵੀ ਦੱਸਦੇ ਆ ਉੱਥੇ ਦੇ ਕੰਮ ਬਹੁਤ ਨੇ। ਮੈਂ ਤੇ ਉਹ ਜ਼ਿਮੀਂਦਾਰੀ ਕਰ ਨਹੀਂ ਸਕਦਾ ਤੇ ਨਾ ਮੈਂ ਕਦੀ ਕੀਤਾ ਹੀ। ਠੀਕ ਹੈ। ਤੇ ਉਹ ਪਾਕਿਸਤਾਨ ਕੀ ਕਰਦੇ ਰਹੇ? ਪਾਕਿਸਤਾਨ ਮੈਂ ਵੈਲਡਿੰਗ ਦਾ ਕੰਮ ਕਰਦਾ। ਵੈਲਡਰ, ਵੈਲਡਿੰਗ ਵਾਲੇ ਭਾਈ ਸਾਹਿਬ। ਵੈਲਡਿੰਗ ਦਾ ਉਹ ਵੀ ਡਸਕੇ ਵਿੱਚ ਗੇਟ ਗ੍ਰਿਲਾਂ ਦਾ ਸਹੀ ਹੈ। ਡਸਕੇ ਫੁਹਾਰੇ ਚੌਂਕ ਨਹੀਂ ਫੁਹਾਰੇ ਚੌਂਕ ਨਹੀਂ, ਬੰਗਲੇ ਚੌਂਕ। ਅੱਛਾ, ਉੱਥੇ ਆਪਣਾ ਮੀਆਂ ਵਾਲੀ ਬੰਗਲਾ? ਨਹੀਂ ਮੀਆਂ ਵਾਲੀ ਬੰਗਲਾ ਦੇ ਕੀਤੇ ਵੇ ਤੇ ਸਾਡਾ ਕੀਤੀ। ਅੱਛਾ, ਉਹ ਬੰਗਲਾ ਚੌਂਕ ਇੱਕ ਸ਼ਹਿਰ ਵੱਲ ਜਾਂਦਾ। अच्छा तो सर जी जरा नाजरीन जे रहे ना उर्दू, मैं उसके बाद आगे की डेंकी लगाने के लिए तैयारी कर रहा हूँ, कैसे जाना है या क्या किया जाए, किसको मिला जाए। वो मेरे बहुत अजीज़ हैं, तुर्की में रहते हैं, उनसे मेरा रब्ता हुआ। उन्होंने बताया कि ऐसे ऐसे मेरे गांव के आदमी हैं, मेरे फ्रेंड भी हैं और मुझे जानने वाले भी हैं, वो जा रहे हैं आगे, तो आप उनसे मिल लो। मैं उससे मिला हूँ, उससे बात की है, पैसे की सब कुछ उनसे बात की है। तो फिर उसके बाद उनके साथ डन कर मैं निकल आया उनके साथ। तो उधर से हम हूँ मैं तो दिन स्टोरी अपना अगली शुरू करा। हले थीने दा माहौल बना लो ना, फिर अगली करांगे। ਹੁਣ ਕੀ ਮੈਂ ਕਮਾਂ ਇੱਥੇ ਥੀਨੇ ਦੇ ਵਿੱਚ ਥੀਨੇ ਚ ਕੀ ਕਰਦਾ ਰਿਹਾ, ਕਿੰਨਾ ਚਿਰ ਰਿਹਾ? ਕਿਉਂਕਿ 15 ਮਿੰਟ ਦਾ ਪਾਰਟ ਲਿਆ ਤਾਂ ਬਣਾ ਅਗਲੀ ਡੈਂਕੀ ਦੀ, ਫਿਰ ਲਿਆ ਤਾਂ ਫਿਲਮ ਬਣਾਣੀ। ਹਾਂ ਅੱਛਾ। ਤੇ ਉਹ ਜਿਹੜਾ ਨਾਜ਼ਰੀਨ ਮੈਂ ਪੰਜਾਬੀ ਜੀ ਯਾਰ ਸਹੀ ਗੱਲ। ਚੱਲ ਠੀਕ ਹੈ। ਸਲੋਨੀਕੀ ਤੋਂ ਤੂੰ ਕਿਵੇਂ ਥੀਨੇ ਪੜਿਆ, ਤੈਨੂੰ ਸਲੋਨੀਕੀ ਪਹੁੰਚਿਆ ਕੀ ਮਸਾਇਲ ਹੋਏ ਉੱਥੇ, ਤੇਰੀ ਪੇਮੈਂਟ ਜਦੋਂ ਕਰਵਾਉਣੀ ਸੀ ਉਹਦੇ ਚ ਕੀ ਮਸਾਇਲ ਪਰੇਸ਼ਾਨੀਆਂ ਹੋਈਆਂ? ਉਹ ਵਾਲਾ ਸਭ। ਪੇਮੈਂਟ ਮੇਰੀ ਹੋਈ ਨਹੀਂ ਤੇ ਉਹ ਗਲਤ ਉਹ ਭੈਣ ਨੂੰ ਲੋਲਿਆਂ ਨੇ ਪੇਮੈਂਟ ਵਾਲੇ ਮੈਨੂੰ ਲੱਭ ਕੇ ਖੇਡ ਗਏ। ਸਹੀ ਗੱਲ, ਮੈਂ ਪੇਮੈਂਟ ਵਾਲੀ ਗੱਲ ਹੀ ਕੋਈ, ਮੈਂ ਵਿੱਚ ਗੱਲ ਇੱਕ ਗੋਲਮੋਲ ਕੀਤੀ। ਮੇਰੀ ਸਲੋਨੀਕੀ ਪੇਮੈਂਟ ਹੋਈ ਨਹੀਂ ਤੇ ਮੈਂ ਉਹਦੇ ਟੱਟਾ ਦਾ। ਚੱਲ ਤੂੰ ਇਹ ਦੱਸਣਾ ਕਿ ਜਦ ਸਲੋਨੀਕੀ, ਮੈਂ ਉਹਨਾਂ ਨੂੰ ਦੱਸਣਾ ਕਿ ਮੈਂ ਸਲੋਨੀਕੀ ਤੋਂ ਅੱਗੇ ਗੱਲ ਸੁਣ, ਜਦੋਂ ਤੂੰ ਸਲੋਨੀਕੀ ਪਹੁੰਚਿਆ ਤੇ ਤੈਨੂੰ ਮੇਰੇ ਜ਼ਿਹਨ ਟੈਨਸ਼ਨ, ਮੈਂ ਕਿਹਾ ਹੁਣ ਥੀਨੇ ਕਿਤੇ ਜਾਣਾ, ਅੱਗੇ ਟਿਕਟਾਂ ਕਿੱਥੋਂ ਲੈਣੀਆਂ ਨੇ, ਕੀ ਨਿਜ਼ਾਮ ਬਣਾ? ਤੇ ਉਹ ਟਿਕਟਾਂ ਉਹਨਾਂ ਨੇ ਜਿਨ੍ਹਾਂ ਦੇ ਨਾਲ ਅਸੀਂ ਗੇਮ ਕੀਤੀ ਸੀ ਉਹਨੇ ਲੈ ਦੀ ਦੱਸ ਦੇਣਾ। ਸਲੋਨੀਕੀ ਤੋਂ ਟ੍ਰੇਨ ਦਾ ਤੇ ਮਾਹੌਲ ਦੱਸਣਾ ਹੀ ਨਾ, ਕਿ ਸਲੋਨੀਕੀ ਕਿਵੇਂ ਤੋਂ ਟ੍ਰੇਨ 'ਚ ਬੈਠਾ, ਪੁਲਿਸ ਵਾਲੇ ਹੁੰਦੇ ਨੇ, ਚੈਕਿੰਗ ਕਰਦੇ ਨੇ, ਫੜ ਲੈਂਦੇ ਨੇ, ਉੱਥੇ ਬੰਦੇ ਸੇਫੇ ਵੀ ਲੱਗ ਸਕਦੇ ਨੇ ਉੱਥੇ ਜਨਾਬ। ਉਹ ਅਗਰ ਫੜ ਲੈਣ ਤਾਂ ਕੈਂਪ ਵਿੱਚ ਲੈ ਜਾਂਦੇ ਨੇ ਪੁਲਿਸ ਵਾਲੇ ਸਲੋਨੀਕੀ, ਫਿਰ ਉਹ ਕਾਰਡ ਬਣਾ ਦਿੰਦੇ ਨੇ, ਮਹੀਨੇ ਲਈ ਖਰਤੀ ਬਣਾ ਦਿੰਦੇ ਨੇ। ਉਹ ਖਰਤੀ ਤੇ ਕਿਵੇਂ ਲੱਗ ਅਪਲਾਈ ਕੀਤਾ ਜਾ ਸਕਦਾ, ਜਿਹੜਾ ਉੱਥੋਂ ਦਾ ਕਾਰਡ ਹੈ ਚਿੱਟਾ, ਤੇ ਉਹ ਵਾਲਾ ਦੱਸੋ। ਲੋ ਸਰ ਜੀ, ਜਿਹੜਾ ਮੈਂ ਉੱਥੇ 1 ਮਹੀਨਾ ਰਿਹਾ, ਮੈਂ ਤੁਹਾਨੂੰ ਉਹਦੇ ਬਾਰੇ ਦੱਸਣਾ ਵਾ ਕਿ ਮਸਲ ਕਿ ਉੱਥੇ ਮੈਂ ਜਦੋਂ ਸਲੋਨੀਕੀ ਨਵਾਂ ਪਹੁੰਚਿਆ, ਉਹਦੇ ਉਹਨਾਂ ਪੇਮੈਂਟ ਸ਼ੇਮੈਂਟ ਦਿੱਤੀ ਤੇ ਫਿਰ ਅਗਲੀ ਰਾਤ ਨੂੰ ਉਹਨਾਂ ਨੇ ਨਾ ਜਿਹੜਾ ਨਾ ਮੈਨੂੰ ਟਿਕਟ ਲੈ ਕੇ ਦਿੱਤੀ ਥੀਨੇ ਦੀ। ਥੀਨਾ ਸ਼ਹਿਰ ਉੱਥੋਂ ਹੈ ਕੋਈ ਆਪ ਸਭ ਕਿੰਨਾ ਹੈ, ਕੋਈ 10 ਘੰਟੇ 12 ਘੰਟੇ ਦਾ। ਹਾਂ ਇੰਨਾ ਹੀ। ਰਾਤ 12 ਵਜੇ ਟੁਰੇ, ਸਵੇਰ 5 ਵਜੇ ਪਹੁੰਚ ਗਏ। ਹਾਂ ਇੰਜੀ ਸਰਗੀ ਟਾਈਮ ਮਸਲ ਕਿ ਉੱਥੇ ਪਹੁੰਚ ਜਾਂਦੀ ਹੈ ਟ੍ਰੇਨ। ਤੇ ਉੱਥੇ ਫਿਰ ਜਦੋਂ ਉੱਥੋਂ ਸੇਫ ਚੋਂ ਨਿਕਲੇ ਤੇ ਫਿਰ ਜਿਹੜਾ ਨਾ ਤੇ ਅਸੀਂ ਕਿਹਾ ਜੀ ਅਸੀਂ ਯੂਰਪ ਪਹੁੰਚ ਗਏ, ਯੂਨਾਨ ਪਹੁੰਚ ਗਏ, ਵਾਵਾ ਗੋਰੀਆਂ ਛੋੜੀਆਂ ਉੱਥੇ ਵੇਖਣੀਆਂ। ਬਾਹਰ ਜਦੋਂ ਨੇ ਆਈਏ ਜੀ ਪਾਟੇ ਕੱਪੜੇ ਪਾਏ ਨੇ ਤੇ ਡੈਂਕੀ ਵਾਲਾ ਹਾਲ ਸੀ, ਡੈਂਕੀ ਵਾਲਾ ਹਾਲ ਸੀ। ਤੇ ਬਾਹਰ ਜਦੋਂ ਸਟੇਸ਼ਨ ਤੇ ਗੋਰਿਆਂ ਛੋੜਿਆਂ ਨੂੰ ਵੇਖਿਆ ਤੇ ਬੜੇ ਖੁਸ਼ ਹੋਏ ਕਿ ਲੈ ਬਈ ਪਹੁੰਚ ਗਏ ਆ। ਤੇ ਸਰ ਜੀ ਹਾਂ ਮਾਹੌਲ ਚੋਲ ਵੇਖਿਆ ਕਿੰਨਾ ਕੁ ਵੇਖਨੇ, ਉਂਝ ਭੁੱਖ ਨਾ ਮਰੇ ਪਏ ਆ, ਮਾਹੌਲ ਕੀ ਵੇਖਣਾ ਸੀ। ਤੇ ਉੱਥੋਂ ਯਾਰ ਅਗਲੇ ਦਿਨ ਮੈਂ ਟਿਕਟ, ਉਹਨਾਂ ਟਿਕਟ ਜਿਹੜੀ ਦਿੱਤੀ ਨਾ ਥੀਨੇ ਦੀ, ਟ੍ਰੇਨ ਦੀ ਟਿਕਟ ਲੈ ਕੇ ਦਿੱਤੀ ਸੀ। ਤੇ ਉਹ ਟ੍ਰੇਨ ਦੇ ਵਿੱਚ ਉਹਨਾਂ ਜਦੋਂ ਬਹਾਤਾ, ਬਸ ਉਹਨਾਂ ਦਾ ਕੰਮ ਹੁੰਦਾ ਟ੍ਰੇਨ 'ਚ ਬਹਾਣਾ। ਹਾਂ ਨਾ ਉਹਨਾਂ ਨਾਲ ਜਾਣਾ, ਨਾ ਉਹਨਾਂ ਨੂੰ ਪਤਾ ਤੁਹਾਂ ਕਿੱਥੇ ਜਾਣਾ, ਕੀ ਕਰਨਾ ਕੀ ਨਹੀਂ, ਬਸ ਉਹਨਾਂ ਟਿਕਟ ਲੈ ਕੇ ਦੇਣੀ। ਇੰਜ ਨਹੀਂ ਕਿਉਂਕਿ ਮੈਨੂੰ ਤਾਂ ਇੰਜ ਲੱਭੀ ਸੀ ਟਿਕਟ, ਮੈਂ ਇਕੱਲਾ ਹੀ ਹਾਂ। ਬਿਲਕੁਲ ਇਸ ਨਹੀਂ। ਤੇ ਉਹ ਸਰ ਜੀ ਆਪਣਾ ਟਿਕਟ ਸ਼ਿਕਟ ਲਈ, ਉਹਨਾਂ ਨੇ ਮੈਨੂੰ ਗੱਡੀ ਚਾਰਿਆ ਅੱਲਾ ਦੇ ਹਵਾਲੇ। ਤੇ ਹੁਣ ਆਪਣਾ ਉਹਦੇ ਵਿੱਚ ਗੱਡੀ 'ਚ ਬੈਠਿਆ, ਮੇਰੇ ਕੋਲ ਪੈਸਾ ਵੀ ਕੋਈ ਨਹੀਂ, ਕੋਈ ਚੀਜ਼ ਨਹੀਂ ਸੀ ਤੇ ਨਾ ਹੀ ਖਾਣ ਵਾਲੀ। ਫਿਰ ਮੈਨੂੰ ਵਿੱਚ ਟ੍ਰੇਨ ਦੇ ਵਿੱਚ ਇੱਕ ਮੇਰਾ ਯਾਰ ਦੋਸਤ ਸੀ। ਚੰਦ ਬਈ, ਅਗਰ ਸਲੋਨੀਕੀ ਸਟੇਸ਼ਨ ਦੇ ਉੱਪਰ ਪੁਲਿਸ ਵਾਲੇ ਪਕੜ ਲੈਂਦੇ ਨੇ? ਹਾਂ ਸਲੋਨੀਕੀ ਸਟੇਸ਼ਨ ਦੇ ਉੱਤੇ ਜੇ ਰਹਿਣਾ ਬੰਦਾ ਫੜਿਆ ਜਾਵੇ, ਅਕਸਰ ਪੁਲਿਸ ਉੱਥੇ ਸੁਣਿਆ ਆਪਣਾ ਜਿਹੜਾ ਨਾ ਸਲੋਨੀਕੀ ਦੇ ਵਿੱਚ ਬੰਦਾ ਫੇਰਦਾ ਤੋੜਦਾ ਜਾਂ ਉੱਥੇ ਸਟੇਸ਼ਨ ਦੇ ਉੱਤੇ ਕਿਤੇ ਫੜਿਆ ਜਾਂਦਾ ਨਾ, ਤੇ ਉਹ ਉਹਨੂੰ ਥਾਣੇ ਲੈ ਜਾਂਦੇ, ਉੱਥੇ ਖਰਤੀ ਬਣਾ ਕੇ ਦਿੰਦੇ ਨੇ। ਮੇਰਾ ਯਾਰ ਦੋਸਤ ਉਹਨੂੰ ਵੀ ਲੱਭੀ ਖਰਤੀ, ਸਹੀ ਇੰਜ ਹੀ ਲੱਭੀ। ਮੇਰੇ ਤੋਂ ਕੋਈ 10 ਦਿਨ 12 ਦਿਨ ਪਹਿਲਾਂ ਆਇਆ ਸੀ। ਅੱਛਾ। ਤੇ ਉਹਨੂੰ ਖਰਤੀ ਲੱਭੀ ਸੀ। ਤੇ ਲੇਕਿਨ ਅਸੀਂ ਤੇ ਖੈਰ ਇੰਨਾ ਨਿਕਲੇ ਕੋਈ ਨਹੀਂ ਬਾਹਰ, ਉੱਥੋਂ ਹੀ ਨਿਕਲੇ ਆ ਸਿੱਧਾ ਟ੍ਰੇਨ 'ਚ ਬੈਠੇ ਤੇ ਅਸੀਂ ਆ ਗਏ। ਅੱਲਾ ਹੀ ਤਾਂ ਵੀ ਕਰੀਦਾ ਸੀ ਕਿ ਨਾ ਹੀ ਫੜੇ ਜਾਈਏ। ਤੇ ਉਹ ਖਰਤੀ ਸ਼ਰਤੀ ਬਣਾਉਂਦੇ ਨੇ, ਉਹ ਖਰਤੀ ਦੇ ਉੱਤੇ ਕਾਰਡ ਵੀ ਬਣ ਜਾਂਦਾ ਤੇ ਉਹਦੇ ਤੇ ਮਤਲਬ ਕਿ ਹੋਰ ਵੀ ਨਿਜ਼ਾਮ ਸ਼ੁਰੂ ਹੋ ਜਾਂਦੇ, ਕੰਟੈਕਟ ਲੱਗ ਜਾਂਦਾ, ਇਸ ਤਰ੍ਹਾਂ ਦੇ ਕਿੰਨੇ ਮਾਮਲਾਤ ਹੋ ਜਾਂਦੇ ਨੇ। ਤੇ ਬੰਦਾ ਉਹਦੇ ਨਾਲ ਕ੍ਰੀਤੀ ਜਜ਼ੀਰੇ ਤੇ ਬੜੇ ਆਸਾਨੀ ਨਾਲ ਜਾ ਸਕਦਾ। हाँ बिल्कुल ऐसा नहीं, बहुत आसान। अगर बंदा सलोनीकी पहुंचता है भाई, वहाँ पे आपको पुलिस पकड़ लेती है, कोई टेंशन नहीं, वो आपको वापस तुर्की नहीं भेजेंगे। वहाँ पे ही आपके फिंगर वगैरह करवाएंगे, आपको खर्ती दे देंगे 1 मंथ वाली।
उस 1 मंथ वाली खर्ची पे आप अप्लाई कर सकते हैं अपने वाइट कार्ड के लिए, क्योंकि वहाँ पे उन्होंने आपके फिंगर वगैरह ले लेने हैं और वाइट कार्ड उस पर बनवा सकते हैं। तो उस खर्ची की बेस पे आप पूरे ग्रीस में जहाँ पे मर्जी जा सकते हैं, आपको कोई बंदा पूछने वाला नहीं है। जितने मर्जी फिरो। हाँ जी। तो जब ट्रेन में बैठते हैं तो उमूमन ट्रेन में आके वो पकड़ते हैं लड़कों को, यहाँ स्टेशन से पकड़ लेते हैं। जी चांदू भाई, अब ट्रेन में बैठ गए। ਸਰ ਜੀ ਟ੍ਰੇਨ 'ਚ ਬੈਠੇ ਆ ਤੇ ਟ੍ਰੇਨ ਦੇ ਵਿੱਚ ਉਹ ਟੀਟੀ ਆਇਆ ਕੋਈ ਰਾਤੀ ਦੇ 12 ਵਜੇ ਤੇ ਟ੍ਰੇਨ ਤੋੜਦੀ ਤੇ ਟ੍ਰੇਨ 'ਚ ਆਪਣਾ ਬੈਠੇ ਹੁਣ ਟਿਕਟ ਸ਼ਿਕਟ ਚੈੱਕ ਕਰਾਈ। ਟਿਕਟ ਵੀ ਚੈੱਕ ਕਰਦੇ, ਜੇ ਉਹ ਟਿਕਟ ਨਾ ਹੋਏ ਤੇ ਅਗਲੇ ਸਟੇਸ਼ਨ ਤੇ ਲਾਹ ਛੱਡਦੇ ਨੇ। ਕਈ ਬੰਦੇ ਉੱਥੇ ਚੋਰੀ ਵੀ ਚੜੇ ਹੁੰਦੇ ਨੇ ਆਪ ਸਾਹਿਬ। ਉਹ ਇੱਕ ਸ਼ਹਿਰ ਤੋਂ ਸ਼ੁਰੂ ਹੁੰਦਾ ਵੇ, ਉਹ ਇਕੱਠੇ ਕਰਕੇ ਐਂਡ ਵਾਲੇ ਬੂਹੇ ਕੋਲ ਆ ਜਾਂਦਾ ਤੇ ਅਗਲੇ ਸਟੇਸ਼ਨ ਤੇ ਸਾਰਿਆਂ ਨੂੰ ਲਾਹ ਛੱਡਦਾ ਜਿਨ੍ਹਾਂ ਕੋਲ ਟਿਕਟਾਂ ਨਾ ਹੋਣ। ਠੀਕ ਹੈ, ਲੋ ਬਾਬਾ ਜੀ ਆਪਣਾ ਟ੍ਰੇਨ 'ਚ ਬੈਠੇ, ਉਹਦੇ ਵਿੱਚ ਕੰਟੀਨ ਵੀ ਹੁੰਦੀ ਟ੍ਰੇਨ ਦੇ ਵਿੱਚ ਤੇ ਸਾਰਾ ਨਿਜ਼ਾਮ ਉੱਥੇ ਉੱਠੇ ਆਪਣਾ ਸਾਰਾ ਟ੍ਰੇਨ ਦੇ ਵਿੱਚ ਫਿਰੇ ਤੁਰੇ ਹਾਂ ਉਂਜੀ ਐਂਜੀ ਉੱਠ ਕੇ ਮੂੰਹ ਚੋ ਕੇ ਕਦੀ ਉਹ ਗੋੜੇ ਛੋੜੇ 'ਚ ਬੈਠੇ ਹਾਂ। ਗੋੜਿਆਂ ਨੂੰ ਵੇਖੀ ਤਾਂ ਗੋਲੀਆਂ ਬੈਠੀਆਂ ਹੋ ਸਕਦਾ ਕੋਈ ਜਾਂਦੇ ਵੇਖ ਕੇ ਫਸ ਜਾਏ। ਮੈਂ ਕਿਹਾ ਹੋ ਸਕਦਾ ਕੋਈ, ਲੇਕਿਨ ਉਦੋਂ ਮੇਰੇ ਏਡੇ ਏਡੇ ਵਾਲ ਤੇ ਮੈਂ ਨਾ ਦਾੜੀ ਸੀ ਤੇ ਉਹ ਕੀ ਨਾਲ ਦਾੜੀ ਤੇ ਹੁਣ ਵੀ ਮਾਰੀ ਮਾਰੀ ਹੈ। ਉਹ ਆ ਕੇ ਮੈਂ ਸਮਝ ਹਾਲ ਕੋਈ ਨਹੀਂ, ਬੋ ਹੀ ਮੁਸ਼ਕ ਹੁੰਦੀ ਜਿਵੇਂ ਤੂੰ ਮੇਰੇ ਕੋਲ ਬੈਠਾ ਬਹਿ ਨਹੀਂ ਨਾ ਸਕਦਾ, ਲੇਕਿਨ ਹੁਣ ਤੂੰ ਬੈਠਾ ਮੇਰੇ ਕੋਲ ਠੀਕ। ਹਾਂ ਮੈਨੂੰ ਮੈਂ ਬਹਿ ਜਾਣਾ ਤੇਰੇ ਕੋਲ। ਨਾਲੇ ਹੁਣ ਤੇਰੀ ਮੇਰੀ ਬੋ ਇੱਕ ਹੋ ਗਈ ਹੈ ਨਾ। ਕਿਹੜੀ ਬੋ ਦੀ ਗੱਲ? ਮੇਰਾ ਮਾਹੀ ਬੋਆਂ ਵਰਗਾ ਉਹ ਬੋ ਹੋ ਗਈ। ਤੇ ਉਹ ਜਿਹੜਾ ਨਾ ਚੋਟ ਸਾਹਿਬ ਉਥੋਂ ਆਪਣਾ ਟ੍ਰੇਨ 'ਚੋਂ ਆਪਣਾ ਸਫ਼ਰ ਕੀਤਾ। ਫਿਰ ਉਹਦੇ ਮੈਂ ਟ੍ਰੇਨ 'ਚ ਸੁੱਤਾ ਕੋਈ ਨਹੀਂ 5 ਵਜੇ ਤੱਕ ਸਵੇਰ ਤੱਕ। ਚਾਹ ਹੀ ਇੰਨਾ ਚਿਰ ਯੂਨਾਨ ਪਹੁੰਚ ਗਏ ਆਪਣਾ ਕਿਉਂਕਿ 7 ਡੇਂਕੀਆਂ ਲਾ ਕੇ ਮੈਂ ਪਹੁੰਚਿਆ ਵਾਂ ਤੇ ਫਿਰ ਚਾਹ ਤੇ ਚੱਟਾਂ ਸੀ ਨਾ ਚੌੜੀ। ਬਿਲਕੁਲ ਸਹੀ। ਮੈਂ ਕਿਹਾ ਚੱਲੀਏ। ਫਿਰ ਅੱਗੇ ਮੈਂ ਸਟੇਸ਼ਨ ਤੇ ਗਿਆ, ਉੱਥੇ ਮੈਨੂੰ ਇੱਕ ਬੰਦਾ ਲੈਣ ਆਇਆ ਸੀ, ਇੱਕ ਯਾਰ ਦੋਸਤ ਸੀ ਮੇਰਾ ਤੇ ਉਹਦਾ ਅੱਗੋਂ ਵਾਕਫ ਸੀ, ਉਹ ਮੈਨੂੰ ਲੈਣ ਆਇਆ ਸੀ ਤੇ ਉਹਦੇ ਨਾਲ ਫਿਰ ਉੱਥੇ ਰਾਬਤਾ ਜਦੋਂ ਮੈਂ ਕੀਤਾ ਉਤਰ ਕੇ ਤੇ ਫਿਰ ਉਹ ਮਸਾਂ ਕਿ ਆਇਆ ਮੈਨੂੰ ਲੈਣ। ਇਹ ਨਹੀਂ ਕਿ ਮੈਂ ਕਿਤੇ ਹੋਰ ਮੈਨੂੰ ਟ੍ਰੇਨ 'ਚ ਹੋਇਆ। ਫਿਰ ਮੈਂ ਜਦੋਂ ਟ੍ਰੇਨ ਤੋਂ ਉਤਰਿਆ ਨਾ ਫਿਰ ਮੈਂ ਉਤੋਂ ਪਾਕਿਸਤਾਨੀ ਕੋ ਮੋਬਾਈਲ ਲੈ ਕੇ ਕਾਲ ਕੀਤੀ, ਫਿਰ ਉਹ ਆਇਆ ਮੈਨੂੰ ਲੈਣ ਸਟੇਸ਼ਨ ਤੇ ਲੈਣ ਆਇਆ। ਥੀਨੇ ਅੱਛਾ ਥੀਨੇ ਲਾਰੀਸਾ ਸਟੇਸ਼ਨ, ਮੈਨੂੰ ਅਜੇ ਵੀ ਨਾਂ ਯਾਦ। ਲਾਰੀਸਾ। ਚਲੋ ਭਾਈ ਤੁਸੀਂ ਲਾਰੀਸਾ ਉਤਰਿਆ ਸੋ ਨਾ ਤੇ ਮੈਂ ਜਾ ਕੇ ਅਮੋਨੀਆ ਉਤਰਿਆ ਸੀ। ਅਮੋਨੀਆ ਜਿੱਥੇ ਪਾਕਿਸਤਾਨੀ ਚੋਰ ਬਾਜ਼ਾਰੀ ਨਹੀਂ, ਜਿੱਥੇ ਅਮੋਨੀਆ ਕਿਹੜੀ ਸਟੇਸ਼ਨ ਹੋ ਗਿਆ ਬਾਈ? ਉਹ ਜਿਹੜੇ ਭਾਈ ਵੇਂਦੇ ਪਏ ਨੇ ਦੱਸਿਆ ਜੀ ਚਾਂਦੂ ਭਾਈ ਨੇ ਕਮੈਂਟ ਵਿੱਚ ਕਿ ਅਮੋਨੀਆ ਹੈ ਵੇਖਣਾ ਯਾਰ। ਮੇਰੀ ਗੱਲ ਸੁਣ, ਅਮੋਨੀਆ ਉਹ ਯਾਰ ਜਿੱਥੇ ਬੰਗਾਲੀਆਂ ਦਾ ਪਲਾਜ਼ਾ ਵੀ ਹੈ, ਬੰਗਾਲੀਆਂ ਦਾ ਹੋਟਲ ਵੀ ਹੈ, ਥੱਲੇ ਤਹਿਖਾਨੇ ਦੇ ਵਿੱਚ ਬੰਗਾਲੀ ਮਸਜਿਦ ਹੈ, ਪਿਛਲੇ ਪਾਸੇ ਪਾਕਿਸਤਾਨ ਵਾਲਿਆਂ ਦੀ ਚੋਰ ਬਾਜ਼ਾਰੀ ਹੈ, ਜਿੱਥੇ ਚੋਰ ਬਾਜ਼ਾਰੀ ਵੀ ਤੇ ਉੱਥੇ ਬੱਤੀਆਂ ਵਾਲੇ ਵੀ ਸੋਹਣੇ ਸੋਹਣੇ ਘਾੜ ਮਸਾਂ ਕਿ ਲੋਕ ਉੱਥੇ ਬੜੀ ਉਹਨੇ ਡੈਕੋਰੇਸ਼ਨ ਕੀਤੀ। ਉੱਥੇ ਲੋਕ ਆਉਂਦੇ ਨੇ ਵੇਖਣ ਵਾਸਤੇ, ਦੂਰ ਦੂਰ ਟੋਰਾ ਆਉਂਦੇ ਨੇ। ਬੱਤੀਆਂ ਦੇ ਘਰ ਨੇ ਜਿਹੜੇ ਮਾਸ਼ਾਅੱਲਾ ਉਹ ਯੂਨਾਨ ਜਿਹੜੇ ਭਾਈ ਨੇ ਉਹਨਾਂ ਨੂੰ ਤੇ ਪਤਾ ਵੇ। ਉਹ ਅੱਲਾ ਮਾਫ ਕਰੇ, ਨਹੀਂ ਇਹ ਵੀ ਨਹੀਂ। ਹਾਂਜੀ। ਤੇ ਉਹ ਜਿਹੜਾ ਵੇ ਨਾ ਆਪਣਾ ਮਤਲਬ ਕਿ ਡੈਕੋਰੇਸ਼ਨ ਉਹਨਾਂ ਨੇ ਆਪਣਾ ਮਾਹੌਲ ਛੋੜ ਬਣਾਇਆ, ਬਹੁਤ ਆਪਣਾ ਸੋਹਣਾ ਜਿਹਾ ਇਲਾਕਾ ਬਣਾਇਆ, ਲੋਕਾਂ ਨੂੰ ਅਟਰੈਕਟ ਕਰਦੇ ਨੇ। ਉੱਥੇ ਆਪ ਸਭ ਕਿੱਥੇ ਵਾਲਾ ਸਟੇਸ਼ਨ ਆ ਗਿਆ, ਉਹਦੇ ਸੱਜੇ ਹੱਥ ਜਦੋਂ ਜਾਂਦੇ ਨਾ ਲਾਰੀਸਾ ਸਟੇਸ਼ਨ ਹੀ ਹੈ ਇੱਕ ਹੀ, ਠੀਕ ਹੈ, ਜਿੱਥੋਂ ਬੰਦੇ ਉਤਰ ਕੇ 10 ਮਿੰਟ ਲੱਗਦੇ ਤੇ ਬੰਦਾ ਮੂੰਹ ਨਹੀਂ ਆ ਜਾਂਦਾ। ਹਾਂਜੀ ਮੈਂ ਉਹਦੀ ਗੱਲ, ਉਹਦਾ ਨਾਂ ਲਾਰੀਸਾ ਨਹੀਂ, ਉਹ ਲਾਰੀਸਾ ਪਰ ਹੈ ਅਮੋਨੀਆ ਹੋਰਾਂ। ਹਾਂ ਉਹ ਬਾਹਰ ਵਾਲ ਚੰਦੂ ਭਾਈ 5 ਮਿੰਟ ਬਾਅਦ ਉੱਥੇ ਸਟੇਸ਼ਨ ਆ ਜਾਂਦਾ ਟ੍ਰੇਨ ਦਾ। ਹਾਂਜੀ ਹਾਂਜੀ। ਫਿਰ ਜ਼ਿਆਦਾ ਸਫ਼ਰ ਤੇ ਕੀਤਾ ਕੋਈ ਨਹੀਂ ਇਹਦੇ ਤੇ। ਫਿਰ ਮੈਂ ਉੱਥੇ ਗਿਆ, ਫਿਰ ਮੈਨੂੰ ਲੈ ਕੇ ਗਿਆ ਆਪਣਾ ਬਿਲਡਿੰਗ ਸੀਗੀ 6ਵਾਂ ਫਲੋਰ ਸੀਗਾ, ਉਹ 6ਵੇਂ ਫਲੋਰ 'ਚ ਆਪਣਾ ਬਾਬਾ ਜੀ ਗਏ, ਨਾਤੇ ਧੋਤੇ, ਸਵੇਰ ਦਾ ਟਾਈਮ ਸੀ, ਉਹਨੇ ਮੈਨੂੰ ਰੋਟੀ ਲਿਆ ਕੇ ਦਿੱਤੀ। ਆਲੂ ਹਾਂ ਨਾਲ ਗੋਸ਼ਤ ਸੀਗਾ, ਆਲੂ ਗੋਸ਼ਤ ਜਿਹੜਾ ਪੱਕਿਆ। ਪਾਕਿਸਤਾਨੀ ਖਾਣਾ ਖਾਦਾ ਤੁਸੀਂ? ਫਿਰ ਨਹੀਂ, ਫਿਰ ਖੁਬਸ ਹਨ ਕਿਉਂਕਿ ਉਹਨਾਂ ਨੇ ਸਵੇਰੇ ਰੋਟੀ ਨਹੀਂ ਪਕਾਈ, ਸਾਰੇ ਕੰਮਾਂ ਤੇ ਜਾਣ ਲਈ ਹਨ ਤੇ ਮੈਨੂੰ ਲੈਣ ਲਈ ਉਹ ਗਏ ਹਨ। ਉਹ ਖੁਬਸ ਤੇ ਸਾਲਨ ਉਹਨਾਂ ਮੈਨੂੰ ਦਿੱਤਾ, ਉਹਨਾਂ ਕਿ ਖਾ ਪੀ ਕੇ ਨਾ ਤੇ ਉਹ ਮੰਜੀ ਆ ਤੇ ਸੋਈਆਂ। ਅੱਛਾ ਲਓ ਜੀ ਬਾਬਾ ਜੀ, ਮੈਂ ਉਹ ਫੜਿਆ ਆਪਣਾ ਕੀ ਨਾਲ ਇਹਦਾ ਰੋਟੀ ਤੇ ਅੰਦਰ ਕਿਚਨ 'ਚ ਧਰੀ। ਫਿਰ ਮੈਂ ਕੱਪੜੇ ਛਪੜੇ ਬਦਲੇ, ਉਹਨਾਂ ਮੈਨੂੰ ਆਪਣੇ ਘਰੋਂ ਕੱਪੜੇ ਦਿੱਤੇ, ਉਹ ਜਿਹੜਾ ਨਾ ਪਜਾਮਾ ਸ਼ਰਟ ਮੈਨੂੰ ਦਿੱਤੀ। ਉਹਨਾਂ ਕਿਹਾ ਨਹਾ ਧੋ ਪੁੱਤਰਾ, ਤੇਰਾ ਵੈਲਕਮ ਯੂਨਾਨ ਦੇ ਵਿੱਚ। ਮੈਂ ਕਿਹਾ ਠੀਕ ਹੋ ਗਿਆ। ਉਹ ਮੈਂ ਫਿਰ ਬੜੇ ਚਾਵਾਂ ਨਾਲ ਬਾਬਾ ਜੀ ਨਹਾ ਧੋ ਕੇ ਫਰੈਸ਼ ਫਰੂਸ਼ ਹੋਇਆ, ਬੁਰਸ਼ ਸ਼ੁਰਸ਼ ਕੀਤਾ, ਸਾਰਾ ਕੁਝ ਆਪਣਾ ਸਿਸਟਮ ਨਿਜ਼ਾਮ ਤੇ ਰੋਟੀ ਖਾਧੀ। ਰੋਟੀ ਖਾਣ ਤੋਂ ਬਾਅਦ ਮੈਂ ਸੌਂ ਗਿਆ ਤੇ ਫਿਰ ਆਪਣਾ ਜਿਹੜਾ ਨਾ ਸ਼ਾਮ ਹੋਈ, ਫਿਰ ਉਹ ਸਾਰੇ ਆਏ ਘਰ, ਫਿਰ ਉਹਨਾਂ ਨਾਲ ਬਹਿ ਕੇ ਗੱਪਸ਼ਪ ਲਾਈ ਤੇ ਆਪਣਾ ਡਿੰਕੀ ਬਾਰੇ ਦੱਸਿਆ, ਸਿਸਟਮ ਨਿਜ਼ਾਮ ਆਪਣਾ ਸਭ ਕੁਝ। ਤੇ ਫਿਰ ਮੈਂ ਉਹਨਾਂ ਕੋਲ ਮੋਬਾਈਲ ਲੈ ਕੇ ਘਰ ਕਾਲ ਕੀਤੀ, ਸਾਰਾ ਸਿਸਟਮ ਨਿਜ਼ਾਮ ਠੀਕ ਹੈ। ਤੇ 1 ਮਹੀਨਾ ਮੈਂ ਉੱਥੇ ਰਿਹਾ ਯੂਨਾਨ, ਉੱਥੇ ਉਹਨਾਂ ਕੋਲ। ਤੇ ਮੈਂ ਕੋਈ ਕੰਮ ਨਹੀਂ, ਕੋਈ ਸਿਸਟਮ ਨਹੀਂ, ਤੇ ਮੈਂ ਉੱਥੇ ਸਾਰਾ ਦਿਨ ਬਾਹਰ ਹੀ ਫਿਰਦਾ ਰਹਿਣਾ। ਆਪ ਸਾਹਿਬ ਕਹਿੰਦੇ ਹਾਂ ਸਖਤੀ ਹੈ, ਕੋਈ ਸਖਤੀ ਨਹੀਂ ਹੈ। ਮੈਂ ਵੇਂਦਾ
ਤੇ ਮੈਨੂੰ ਤੇ ਕੁਝ ਚੋਖਾ ਹੀ ਚਾ ਚੜਿਆ ਸੀ ਯੂਨਾਨ ਪਹੁੰਚਣ ਦਾ। ਮੈਂ ਬਾਬਾ ਜੀ ਸਵੇਰੇ ਉੱਠਣਾ 2 ਦਿਨ ਤੇ ਮੈਂ ਫਿਰ ਨੀਂਦਰ ਹੀ ਪੂਰੀ ਕਰ ਦੇਣੇ ਨਾ, ਸਿੱਧੀ ਗੱਲ। ਅੱਛਾ। ਉਸ ਤੋਂ ਬਾਅਦ ਮੈਂ ਉੱਠਣਾ, ਮੈਨੂੰ ਪਤਾ ਹੀ ਮੈਂ ਅੱਗੇ ਚਲੇ ਜਾਣਾ, ਮੈਂ ਇੱਥੇ ਕੰਮ ਹੀ ਨਹੀਂ ਕਰਨਾ, ਮੈਂ ਤੇ ਰਹਿਣਾ ਹੀ ਨਹੀਂ। ਜੇ ਪਹੁੰਚੀਏ ਤੇ ਅਗਾਂਹ ਪਹੁੰਚੀਏ, ਨਹੀਂ ਤੇ ਚਲੋ ਪਿਛਾਂ ਸੁੱਟਣਗੇ ਕੁੜੀ। ਤੇ ਉਹ ਸਰ ਜੀ ਜੇ ਰਹਿਣਾ ਆਪਣਾ ਉੱਥੇ ਮੈਂ ਸਵੇਰੇ ਨਿਕਲ ਜਾਣਾ, ਸਾਰਾ ਮੂਣੀਆਂ ਫਿਰਨਾ ਉੱਥੇ ਸ਼ੈਤਾਨ ਪਲਾਤੀਆ ਤੇ ਉਹ ਪੁੱਠਾ ਜਿਹਾ ਜਿਹੜਾ ਟੰਗਿਆ ਵੇਖਿਆ ਜੀ? ਹਾਂ ਹਾਂ ਵੇਖਿਆ। ਉਹ ਤੇ ਉਹਦੇ ਮਸਾਂ ਕਿ ਮੂਣੀਆਂ ਦੇ ਵਿੱਚ ਮੂਣੀਆਂ ਸਕੇਅਰ, ਆਹੋ ਮੂਣੀਆਂ ਸਕੇਅਰ ਤੇ ਅਮੋਨੀਆ ਬਾਜ਼ਾਰ ਜਿਹੜਾ ਵੇ, ਉਹ ਸਾਰ ਚੋਰ ਬਾਜ਼ਾਰੀ ਜਿਹਨੂੰ ਕਿਹਾ ਜਾਂਦਾ, ਜਿੱਥੋਂ ਮੋਬਾਈਲ ਚੋਰੀ ਦੇ ਲੱਭ ਜਾਂਦੇ ਨੇ, ਉਦੋਂ ਚਰਸ ਲੱਭਦੀ ਹੈ, ਨਸ਼ਾ ਲੱਭਦਾ, ਸਾਈਕਲਾਂ ਲੱਭਦੀਆਂ ਨੇ, ਸਿਗਰਟ ਲੱਭਦੇ ਨੇ, ਹਰ ਚੀਜ਼ ਉੱਥੇ ਲੱਭਦੀ। 2 ਨੰਬਰ ਕਾਰਡ ਵੀ ਬਣਾ ਕੇ ਦਿੰਦੇ ਨੇ ਉੱਥੇ, ਮੈਨੂੰ ਪਤਾ। ਮੈਂ ਸਾਰਾ ਉੱਥੇ ਫਿਰਿਆ ਤੁਰਿਆ, ਸਾਰਾ ਮੈਂ ਮਸਾਂ ਕੋ ਵੇਖ ਵੂਕ ਗਿਆ ਕੱਲਾ ਹੀ। ਅੱਛਾ। ਕੱਲਾ ਹੀ ਆਪ ਸਾਹਿਬ, ਕੋਈ ਵਾਕਫ ਨਹੀਂ, ਕੋਈ ਨਹੀਂ। ਉਹ ਸਾਰੇ ਕੰਮਾਂ ਨਿਕਲ ਜਾਂਦੇ ਆ, ਚਾਬੀ ਮੇਰੇ ਕੋਲ ਹੁੰਦੀ ਕਮਰੇ ਦੀ। ਅੱਛਾ। ਉਹਦੇ ਉਤਲੇ 6ਵੇਂ ਫਲੋਰ ਦੀ ਬਾਹਰਲੇ ਦਰਵਾਜ਼ੇ 2 ਚਾਬੀਆਂ, 2 ਹੀ ਮੇਰੇ ਕੋਲ ਹੁੰਦੀਆਂ। ਉਹ ਸਾਰੇ ਕੰਮਾਂ ਤੇ ਮੈਂ ਉੱਠਣਾ ਬਾਬਾ ਜੀ, ਮੈਂ ਨਿਕਲ ਜਾਣਾ ਬਾਹਰ। ਉਹ ਸਾਰਾ ਮੈਂ ਫਿਰਨਾ ਤੁਰਨਾ, ਮਾਹੌਲ ਛੋਲ ਵੇਖਣਾ, ਤੇ ਆ ਕੇ ਮੈਂ ਫੇਰ ਸੌਂ ਜਾਣਾ। ਅੱਛਾ। ਫਿਰ ਸ਼ਾਮੀ ਉਹਨਾਂ ਆਉਣਾ ਤੇ ਫਿਰ ਮੈਨੂੰ ਪੁੱਛਣਾ, ਹਾਂ ਚਲੀਏ ਬਾਹਰ, ਗਿਆ ਬਾਹਰ? ਮੈਂ ਕਿਹਾ ਨਹੀਂ, ਮੈਂ ਤੇ ਡਰ ਗਿਆ, ਮੈਂ ਬਾਹਰ ਕਿੱਥੇ। ਫਿਰ ਆਪ ਸਾਹਿਬ ਜੇ ਰਹਿਣਾ, ਉਹਨਾਂ ਫਿਰ ਸ਼ਾਮੀ ਮੈਨੂੰ ਚੱਕਰ ਲਵਾਇਆ, ਆਪਣਾ ਘੁਮਾਇਆ ਫਿਰਾਇਆ ਥੋੜਾ ਜਿਹਾ ਬਾਹਰ, ਮਾਹੌਲ ਛੋੜ ਵਹਾਇਆ। ਤੇ ਉਹਨਾਂ ਕਿਹਾ ਬਾਹਰ ਨਾ ਨਿਕਲੀ, ਆਪਣਾ ਸਖਤੀ ਬੜੀ ਜਿਹੀ। ਮੈਂ ਕਿਹਾ ਜਿਵੇਂ ਕਹੋਗੇ ਜੀ, ਲੇਕਿਨ ਮੈਂ ਜੇ 2019 ਦੀ ਗੱਲ? ਨਹੀਂ ਆ ਹੁਣ ਤਾਜ਼ੀ ਗੱਲ ਏ, ਕੋਈ 8 ਕੁ ਮਹੀਨੇ 9 ਮਹੀਨੇ ਪਹਿਲਾਂ। ਤੇ ਕੀ ਭਾਈ, ਉਹ ਸਾਲ 2017 ਸੀ? ਹਾਂ 2019 ਆਉਂਦਾ, ਇਸ ਤੋਂ ਪਹਿਲੇ ਅੱਜ ਤੋਂ 8 ਮਹੀਨੇ ਪਹਿਲੇ ਕਰ ਲਈਏ ਤਾਂ। ਉਦੋਂ ਨਵਾਂ ਸੀ ਨਾ। ਅੱਛਾ। ਉਹ ਆਹੋ 2019 ਆ 2020 ਜਾਂਦੇ ਨਾ। ਆਹੋ ਮੈਨੂੰ ਆਹੀ ਕਿ 19 ਤੇ ਪਿਛਲਾ 18 ਹੈ। ਅੱਛਾ ਠੀਕ ਹੋ ਗਿਆ। ਲੋ ਜੀ ਆਪ ਸਾਹਿਬ, ਮੈਂ ਉੱਥੇ ਸਾਰਾ ਆਪਣਾ ਜੇ ਰਹਿਣਾ, ਘੁੰਮਣਾ ਫਿਰਨਾ ਸਾਰਾ ਦਿਨ, ਸਾਰਾ ਸਵਾਲ ਆ ਲਿਆ, ਖੱਜਲ ਹੋਣਾ। ਸਾਰੀਆਂ ਗਲੀਆਂ ਮੈਨੂੰ ਯਾਦ ਨਹੀਂ ਅਜੇ ਤੱਕ। ਅੱਛਾ। ਸਾਰੇ ਹੀ ਉਹ ਅਮੂਨੀਆਂ ਦਾ ਜਿਹੜਾ ਸਿਸਟਮ ਹੈ ਨਾ ਸਾਰਾ। ਦੱਸੋ ਬੱਤੀਆਂ ਵਾਲੀਆਂ ਗਲੀਆਂ ਕਿੰਨੀਆਂ ਨੇ? ਬੱਤੀਆਂ ਵਾਲੀਆਂ ਗਲੀਆਂ, ਇੱਕ ਤੇ ਮੇਨ ਗਲੀ ਹੈ ਨਾ ਇਸ਼ਾਰੇ ਵੱਲੋਂ ਦੀ, ਮਤਲਬ ਉਹ ਇਸ਼ਾਰਾ ਜਦੋਂ ਮੂਣੀਆਂ ਚ ਇੰਜ ਨਿਕਲੇ ਘੁੰਮ ਕੇ, ਅੱਛਾ, ਇਸ਼ਾਰੇ ਹੁੰਦੇ ਨੇ, ਇਸ਼ਾਰਿਆਂ ਦੇ ਬਿਲਕੁਲ ਸਾਹਮਣੇ ਗਲੀ, ਪਹਿਲੀ ਗਲੀ ਹੋਵੇ। ਇਸ਼ਾਰੇ ਕਿੱਥੇ ਨੇ? ਮੂਣੀਆਂ ਦੇ ਵਿੱਚ, ਮੂਣੀਆਂ ਸਕੇਅਰ ਜਦੋਂ ਇੰਜ, ਮੂਣੀਆਂ ਬਾਜ਼ਾਰ ਦੇ ਵਿੱਚ, ਚੋਰ ਬਾਜ਼ਾਰ ਜਦੋਂ ਵੜਨਾ ਵੇ, ਨੁੱਕਰ ਦੇ ਉੱਤੇ ਇਸ਼ਾਰੇ ਆਉਂਦੇ ਨੇ ਸੜਕ ਤੇ। ਮੈਨੂੰ ਨਹੀਂ ਪਤਾ, ਸੌਰੀ। ਇੰਜ ਕਰਕੇ ਸੜਕ ਇੰਜ ਥੱਲੇ ਨੂੰ, ਇੰਜ ਉੱਤਾਂ ਨੂੰ ਸੜਕ ਵੇਖੀ ਤੇ ਸਾਹਮਣੇ ਉਹ ਉੱਤੇ ਜਿਹੜਾ ਨਹੀਂ ਉਹ ਮੋਨੋਸਰਾਕੀ, ਉਹ ਪਹਾੜੀ ਵੇਖੀ? ਨਹੀਂ ਮੈਂ। ਤੂੰ ਕਿਤੇ ਵੇਖੀ? ਕਿੰਨੀ ਦੇਰ ਰਹੇ ਹੋ? ਮੈਂ ਨਾ ਚੰਦੂ ਭਾਈ ਰੋਜ਼ਿਆਂ ਵਿੱਚ ਪਹੁੰਚਿਆ ਸੀ। ਜਿਹੜਾ ਮੂਣੀਆਂ ਸਕੇਅਰ ਹੈ, ਉਹ ਜਿਹੜਾ ਉੱਤੇ ਪਹਾੜੀ ਹੈ ਸਰ, ਮੈਂ ਉੱਥੇ ਇਕੱਲਾ ਹੀ ਖੱਜਲ ਹੁੰਨਾ ਪਹਾੜੀ ਦੇ ਉੱਤੇ। ਕੋਈ ਸਾਰੀਆਂ ਗਲੀਆਂ ਮੈਂ ਫਿਰ ਗਿਆ, ਸਾਰੇ ਨਜ਼ਾਰੇ ਵੇਖ। ਮੈਂ ਜਦੋਂ ਪਹੁੰਚਿਆ ਸੀ ਨਾ ਮੂਨੀਆਂ, ਪਹਿਲਾ ਰੋਜ਼ਾ ਆ ਕੇ ਮੈਂ ਰੱਖਿਆ ਸੀ ਉੱਥੇ ਮਸਜਿਦ ਵਿੱਚ, ਬੰਗਾਲੀਆਂ ਵਾਲੀ ਥੱਲੇ ਮਸਜਿਦ ਸੀ, ਤਹਿਖਾਨੇ ਦੇ ਵਿੱਚ ਮੂਨੀਆਂ। ਪਹਿਲਾ ਰੋਜ਼ਾ ਮੈਂ ਉੱਥੇ ਰੱਖਿਆ ਸੀ, ਤੇ ਫਿਰ 10 ਰੋਜ਼ੇ ਮੈਂ ਉੱਥੇ ਰੱਖੇ ਸੀ। 11ਵੇਂ ਰੋਜ਼ੇ ਮੈਂ ਕਰੀਤੀ ਜਜ਼ੀਰੇ ਤੇ ਪਹੁੰਚ ਗਿਆ ਸੀ, ਮੁਰਸਲੀਨ ਭਾਈ ਦੇ ਕੋਲ। ਅੱਜ ਕੱਲ ਉਹ ਫਰਾਂਸ ਨੇ। ਤੇ ਮੈਂ ਜੇ ਰਹਿਣਾ ਬਾਬਾ ਉੱਥੇ, ਕੀ ਨਾਂ ਲਈਦਾ ਉਹ ਸਾਰਾ ਮੋਨੋਸਰਾਕੀ, ਉਹ ਮੋਨੋਸਰਾਕੀ ਪਹਾੜੀ ਕਹਿੰਦੇ ਨਾ ਉਹਨੂੰ, ਪਤਾ ਨਹੀਂ ਸਰ ਸਾਹਿਬ। ਉਹ ਮੋਨੋਸਰਾਕੀ ਜਿਹੜੀ ਸਾਹਮਣੇ ਪਹਾੜੀ ਹੈ, ਉਹ ਤੁਹਾਨੂੰ ਦੱਸਣ ਨੇ। ਤੇ ਉਹੀ ਸਾਰਾ ਸਿਸਟਮ ਜੋਰ ਸਾਹਿਬ, ਉਧਰ ਸਾਰਾ ਨਿਜ਼ਾਮ, ਉਹੀ ਜਗ੍ਹਾ ਸਾਰੀ ਫਿਰਨ ਤੁਰਨ ਵਾਲੀ ਏਰੀਆ ਆਪਣਾ, ਉਹਦੇ ਉੱਤੇ ਤੁਰ ਜਿਓ ਸਾਰਾ ਜਿਹੜਾ ਨਾ ਥੀਨਾ ਦਿਸਦਾ ਉੱਤੋਂ। ਅੱਛਾ, ਬੜਾ ਨਜ਼ਾਰਾ ਉੱਥੇ। ਤੇ ਮੈਂ ਕੱਲਾ ਹੀ ਉਹਦੇ ਉੱਤੇ ਜਾ ਕੇ ਆਪਣਾ ਜਿਹੜਾ ਨਾ ਇੰਜੋਏ ਕਰੀਦਾ, ਕੱਲਾ ਹੀ ਤਸਵੀਰਾਂ ਖਿੱਚਣ, ਕੱਲਾ ਹੀ ਕਦੀ ਇੰਜ ਨੂੰ, ਕੱਲਾ ਹੀ ਇੰਜ ਨੂੰ, ਕੋਈ ਪਤਾ ਨਹੀਂ ਤੇ ਉਹ ਮੋਨੋਸਰਾਕੀ ਦੇ ਅੱਗੇ ਤਸਵੀਰ ਮੈਂ ਦਿੰਦਾ ਉੱਤੇ ਲਾਈ ਹੋ ਸਕਦਾ ਕੋਈ ਦਿੰਦਾ ਪਛਾਣ ਹੀ ਲੈ, ਬਾਕੀ ਝੂਠ ਤੇ ਨਹੀਂ ਬੋਲਦਾ। ਲਓ ਭਾਈ ਬਾਬਾ ਉੱਥੇ ਯੂਨਾਨ, ਫਿਰ ਮੈਂ ਇੰਜ ਉੱਥੇ ਆਪਣਾ ਜਿਹੜਾ ਰਿਹਾ, ਮੈਨੇ ਕੋਈ ਉੱਥੇ ਟੈਨਸ਼ਨ ਨਹੀਂ ਲਈ ਹੈ, ਆਪਣਾ ਇੰਜ ਕਦੀ ਇੰਜ ਨੂੰ ਕਦੀ ਇੰਜ ਨੂੰ। ਤੇ 1 ਮਹੀਨਾ ਮੈਂ ਉੱਥੇ ਰਿਹਾ। 1 ਮਹੀਨੇ ਤੋਂ ਬਾਅਦ ਫਿਰ ਉਹਨਾਂ ਨਾਲ ਗੱਲਬਾਤ ਹੋਈ, ਆਪਣਾ ਸਾਰੀ ਤਰਤੀਬ ਨਿਜ਼ਾਮ ਲੱਗੀ, ਤੇ ਫਿਰ ਮੈਂ ਅੱਗੇ ਨਿਕਲਿਆ। ਲੇਕਿਨ ਉੱਥੇ ਜ਼ਿਆਦਾ ਵਕਤ ਕੱਢਿਆ ਉੱਥੇ ਉਹ ਬੱਤੀਆਂ ਵਾਲੇ ਘਰ ਜਿਹੜੇ ਨੇ, ਉਹ ਡੈਕੋਰੇਸ਼ਨ ਉਹਨਾਂ ਬਣਾਈ, ਤੇ ਪਰਾਂ ਸ਼ੈਤਾਨ ਪਲਾਤੀ ਹੈ ਉੱਥੇ ਹੀ, ਉਸ ਏਰੀਆ 'ਚ ਮੈਂ ਬੜਾ ਘੁੰਮਿਆ। ਤੇ ਉੱਥੇ ਹੀ ਮੈਂ ਰਹਿਣਾ ਵੀ, ਉੱਥੇ ਹੀ ਰਹਿਸ਼ ਵੀ ਉੱਥੇ ਜੋ ਸੀ ਜ਼ਾਹਿਰ। ਤੇ ਇਹ ਸਿਸਟਮ ਨਿਜ਼ਾਮ ਸੀ ਆਪ ਸਾਹਿਬ। ਅੱਛਾ। ਤੇ ਉਸ ਤੋਂ ਬਾਅਦ ਅੱਲਾ ਭਲਾ ਕਰੇ ਫਿਰ ਤਿਆਰੀ ਬਣੀ, ਤੇ ਫਿਰ ਤਿਆਰੀ ਸ਼ਿਆਰੀ ਹੋਈ, ਕੋਈ 10 ਦਿਨ ਪਹਿਲਾਂ ਤਿਆਰੀ ਹੋਈ ਸੀ। ਮੈਨੂੰ ਗੱਲ ਹੋ ਗਈ ਸੀ ਬੰਦੇ ਨਾਲ, ਕਨਫਰਮ ਨਹੀਂ ਹੁੰਦਾ ਪਿਆ ਜਾਣਾ ਕਿੱਦਣ। ਉਹ ਅਚਾਨਕ ਉਸੇ ਦਿਨ ਕਨਫਰਮ ਹੋਇਆ ਵੇ,
ਤੇ ਅਗਲੇ ਸਵੇਰ ਹੀ ਨਿਕਲ ਆਏ ਤੇ ਹੁਣ ਅਗਲੀ ਗੱਲ अगली वीडियो च करांगे। अगली वीडियो च जी दसांगे। नाज़रीन, ये थी चांदू भाई की जो तुर्की से उन्होंने 7-8 रैंकें लगाई और फिर वो सलोनिकी पहुंचे, सलोनिकी से कैसे थीने आए, थीने में उन्होंने क्या किया, और नेक्स्ट इसके बाद जो है वो बताएंगे हम आपको कि यूनान से आगे इटली का सफर, अल्बानिया, मोंटेनेग्रो का सफर, सलोनिकी की तरफ हो जाते हैं, सर्बिया और मकदोनिया की तरफ उधर नहीं जाना, क्योंकि जो चांदू भाई का जो सफर है वो किसी ने भी नहीं बयान किया होगा। ये गए थे अल्बानिया से मोंटेनेग्रो से फिर उन्होंने इटालिया का सफ़र लिया था। तो जो भी आजकल बता रहे हैं लोग वो यही बता रहे हैं कि जनाब हम आप बोस्निया चले गए, मकदूनिया चले गए, वहाँ से आगे। तो चंदू भाई की कहानी इंटरेस्ट है कि ये अल्बानिया वाली साइड से किस तरह इटली पहुँचे। तो इंशाल्लाह नेक्स्ट जो एपिसोड है वो आपने ज़रूर देखनी है। तो मिलेंगे इंशाल्लाह नई वीडियो में, तब तक हमें दीजिए इजाज़त। और जो नए आए हैं चैनल को सब्सक्राइब करें, लाइक करें, शेयर करें और कमेंट बेल करें, आइकन को जरूर प्रेस कर दें ताकि हर नई आने वाली वीडियो अब तक बर वक्त पहुंच सके। तो इंशाल्लाह मिलते हैं 11वें पार्ट में, तब तक हमें दीजिए इजाज़त। अल्लाह हाफिज़।